ਹੈਲੋ ਸਟੂਡੈਂਟਸ, ਗੁੱਡ ਮੋਰਨਿੰਗ। ਅੱਜ ਆਪਾਂ ਰਹਿੰਦੇ ਹੋਏ ਦੋ ਟੌਪਿਕਸ ਨੂੰ ਕਰਾਂਗੇ ਜੋ ਕੱਲ੍ਹ ਇੰਡੀਅਨ ਪਾਰਟਨਰਸ਼ਿਪ ਐਕਟ ਦੇ ਵਿੱਚ ਰਹਿ ਗਏ ਸੀ। ਦੈਟ ਇਜ਼ ਅ ਕਾਈਂਡਸ ਆਫ ਪਾਰਟਨਰਸ਼ਿਪ ਐਂਡ ਸੈਕਿੰਡ ਇਜ਼ ਅ ਪਾਰਟਨਰਸ਼ਿਪ ਡੀਡ। ਦੇਖੋ ਕੱਲ੍ਹ ਆਪਾਂ ਕੀਤਾ ਸੀ ਕਾਈਂਡਸ ਆਫ ਪਾਰਟਨਰ, ਮਤਲਬ ਪਾਰਟਨਰਸ ਦੀਆਂ ਟਾਈਪਸ ਕੀਤੀਆਂ ਸੀ। ਅੱਜ ਆਪਾਂ ਪਾਰਟਨਰਸ਼ਿਪ ਦੀਆਂ ਕਰਾਂਗੇ, ਠੀਕ ਹੈ। ਟਾਈਪਸ ਆਫ ਪਾਰਟਨਰਸ਼ਿਪ ਕਿੰਨੇ ਤਰ੍ਹਾਂ ਦੀ ਹੁੰਦੀ ਹੈ? ਔਨ ਦਾ ਬੇਸਿਸ ਆਫ ਡਿਊਰੇਸ਼ਨ ਦੋ ਐਂਡ ਔਨ ਦੀ ਬੇਸਿਸ ਟੂ ਦੀ ਐਕਸਟੈਂਟ ਆਫ ਦਾ ਬਿਜ਼ਨਸ, ਠੀਕ ਹੈ। ਬੇਸਿਸ ਆਫ ਡਿਊਰੇਸ਼ਨ ਦੇ ਵਿੱਚ ਅੱਗੇ ਦੋ ਪਾਰਟਸ ਆਉਂਦੇ ਨੇ, ਪਾਰਟਨਰਸ਼ਿਪ ਐਟ ਵਿਲ ਐਂਡ ਪਾਰਟਨਰਸ਼ਿਪ ਫॉर ਅ ਫਿਕਸਡ ਪੀਰੀਅਡ। ਐਂਡ ਔਨ ਦਾ ਬੇਸਿਸ ਟੂ ਦੀ ਐਕਸਟੈਂਟ ਆਫ ਬਿਜ਼ਨਸ ਦੇ ਵਿੱਚ ਅੱਗੇ ਦੋ ਪਾਰਟਸ ਆਉਂਦੇ ਆ, ਪਰਟੀਕੂਲਰ ਪਾਰਟਨਰਸ਼ਿਪ ਐਂਡ ਜਨਰਲ ਪਾਰਟਨਰਸ਼ਿਪ। ਫਸਟ ਆਫ ਆਲ ਪਾਰਟਨਰਸ਼ਿਪ ਐਟ ਵਿਲ। ਪਾਰਟਨਰਸ਼ਿਪ ਐਟ ਵਿਲ ਦੇ ਵਿੱਚ ਕੀ ਹੁੰਦਾ ਰਾਜੇ ਵੀ ਇਹਦੇ ਵਿੱਚ ਨਾ ਤਾਂ ਕੋਈ ਫਿਕਸ ਪੀਰੀਅਡ ਕੋਈ ਹੁੰਦਾ, ਠੀਕ ਹੈ, ਪਾਰਟਨਰਸ਼ਿਪ ਦਾ, ਨਾ ਇਹਦੇ ਵਿੱਚ ਕੋਈ ਪ੍ਰੋਵੀਜ਼ਨ ਹੁੰਦਾ ਪਾਰਟਨਰਸ਼ਿਪ ਦਾ, ਨਾ ਇਹਦੇ ਵਿੱਚ ਕੋਈ ਆਪਾਂ ਪਰਟੀਕੂਲਰ ਕੋਈ ਪਾਰਟਨਰਸ਼ਿਪ ਹੁੰਦੀ ਹੈ, ਨਾ ਕੋਈ ਜਨਰਲ ਹੁੰਦੀ ਆ। ਇਹ ਪਾਰਟਨਰਸ਼ਿਪ ਐਟ ਵਿਲ ਮਤਲਬ ਜਿਹੜੇ ਪਾਰਟਨਰਸ ਦੀ ਖੁਦ ਦੀ ਮਰਜ਼ੀ ਦੇ ਨਾਲ ਇੱਕ ਪਾਰਟਨਰਸ਼ਿਪ ਹੁੰਦੀ ਹੈ, ਠੀਕ ਹੈ। ਸੈਕਸ਼ਨ 7 ਦੇ ਅਕੋਰਡਿੰਗ ਕੀ ਹੈ, ਕਹਿੰਦੇ ਕੋਈ ਵੀ ਫਿਕਸਡ ਪੀਰੀਅਡ ਪਾਰਟਨਰਸ਼ਿਪ ਦੀ ਡਿਊਰੇਸ਼ਨ ਦੇ ਲਈ ਐਗਰੀਡ ਨਹੀਂ ਕੀਤਾ ਹੁੰਦਾ, ਠੀਕ ਹੈ। ਮਤਲਬ ਇਹ ਨਹੀਂ ਹੁੰਦਾ ਵੀ ਆਪਾਂ 1 ਸਾਲ ਦੇ ਲਈ ਪਾਰਟਨਰਸ਼ਿਪ ਫਾਰਮ ਚਲਾ ਰਹੇ ਹਾਂ ਜਾਂ ਕੁਛ ਵੀ, ਠੀਕ ਹੈ। ਇਹਦੇ ਵਿੱਚ ਕੋਈ ਵੀ ਫਿਕਸਡ ਪੀਰੀਅਡ ਨਹੀਂ ਹੁੰਦਾ। ਸੈਕਿੰਡ ਕੀ ਹੈ ਦੇ ਕਹਿੰਦੇ ਜਿਹੜੀ ਪਾਰਟਨਰਸ਼ਿਪ ਦੇ ਵਿੱਚ ਕੋਈ ਮਤਲਬ ਪ੍ਰੋਵੀਜ਼ਨ ਵੀ ਡਿਸਾਈਡ ਨਹੀਂ ਕੀਤਾ ਹੁੰਦਾ, ਨਾ ਜਿਵੇਂ ਮਤਲਬ ਹੁੰਦਾ ਨਾ ਇਹਦੇ ਵਿੱਚ ਵੀ ਇਹਨਾਂ ਦਾ ਮੇਨ ਏਮ ਹੁੰਦਾ ਪ੍ਰੋਫਿਟ ਅਰਨ ਕਰਨਾ, ਇੱਦਾਂ ਦਾ ਕੋਈ ਵੀ ਪ੍ਰੋਵੀਜ਼ਨ ਪਾਰਟਨਰਸ਼ਿਪ ਦੇ ਵਿੱਚ ਨਹੀਂ ਹੁੰਦਾ। ਉਹ ਹੁੰਦੀ ਹੈ ਪਾਰਟਨਰਸ਼ਿਪ ਐਟ ਵਿਲ। ਐਂਡ ਇਹਦੇ ਵਿੱਚ ਹੋਰ ਕੀ ਹੁੰਦਾ, ਕਹਿੰਦੇ ਜਦੋਂ ਇਹ ਦੋ ਜਿਹੜੀਆਂ ਮਤਲਬ ਦੋ ਕੰਡੀਸ਼ਨਸ ਹੁੰਦੀਆਂ ਨੇ ਇਹ ਪਾਰਟਨਰਸ਼ਿਪ ਦੇ ਵਿੱਚ ਸੈਟਿਸਫਾਈਡ ਹੋਣੀਆਂ ਬਹੁਤ ਜ਼ਰੂਰੀ ਨੇ। ਮਤਲਬ ਪਾਰਟਨਰਸ਼ਿਪ ਐਟ ਵਿਲ ਦੇ ਵਿੱਚ ਸੈਟਿਸਫਾਈਡ ਹੋਣੀਆਂ ਬਹੁਤ ਜ਼ਰੂਰੀ ਨੇ, ਠੀਕ ਹੈ। ਜਿਹੜੀਆਂ ਇਹ ਵਾਲੀਆਂ ਦੋ ਕੰਡੀਸ਼ਨਸ ਹੁੰਦੀਆਂ ਨੇ, ਅਗਰ ਮੰਨ ਲਓ ਇਹ ਦੋ ਕੰਡੀਸ਼ਨਸ ਨਹੀਂ ਹੈਗੀਆਂ, ਮੰਨ ਲਓ ਫਿਕਸਡ ਪੀਰੀਅਡ ਵੀ ਇਹਨਾਂ ਦਾ ਕੀਤਾ ਹੋਇਆ, ਫਿਕਸ ਕੀਤਾ ਹੋਇਆ, ਐਂਡ ਉਹਨਾਂ ਦਾ ਪ੍ਰੋਵੀਜ਼ਨ ਵੀ ਕੋਈ ਸਿਲੈਕਟ ਕੀਤਾ ਹੋਇਆ, ਦੈਨ ਉਹ ਪਾਰਟਨਰਸ਼ਿਪ ਐਟ ਵਿਲ ਨਹੀਂ ਹੋਏਗੀ, ਠੀਕ ਹੈ। ਇਹਦੇ ਵਿੱਚ ਕੀ ਹੁੰਦਾ ਕਹਿੰਦੇ ਜਿਵੇਂ ਜਦੋਂ ਪਾਰਟਨਰਸ ਕਹਿੰਦੇ ਨਾ ਮੰਨ ਲਓ ਫੋਰ ਐਗਜ਼ਾਮਪਲ ਪਾਰਟਨਰਸ ਨੇ ਇੱਕ ਫਿਕਸ ਟਰਮ ਕਹਿੰਦੇ ਹੈ ਨਾ ਫਿਕਸ ਕਰ ਲਈ ਵੀ ਆਪਾਂ 1 ਸਾਲ ਦੇ ਲਈ ਇਹ ਵਾਲੇ ਬਿਜ਼ਨਸ ਨੂੰ ਕੰਟੀਨਿਊ ਕਰਾਂਗੇ। ਜਦੋਂ ਆਫਟਰ ਦੈਟ ਫਿਕਸਡ ਪੀਰੀਅਡ ਕੰਪਲੀਟ ਹੋ ਜਾਂਦਾ, ਜਦੋਂ ਫਿਕਸਡ ਪੀਰੀਅਡ ਕੰਪਲੀਟ ਹੋ ਜਾਂਦਾ ਉਸ ਤੋਂ ਬਾਅਦ ਵੀ ਅਗਰ ਉਹ ਬਿਜ਼ਨਸ ਕੰਟੀਨਿਊ ਚੱਲ ਰਿਹਾ ਹੈਗਾ 1 ਸਾਲ ਤੋਂ ਬਾਅਦ ਵੀ, ਅਗਰ ਆਪਣਾ ਜਿਹੜਾ ਬਿਜ਼ਨਸ ਹੈ ਪਾਰਟਨਰਸ ਦਾ ਬਿਜ਼ਨਸ ਹੈ ਅਗਰ ਉਹ ਫਿਰ ਵੀ ਕੰਟੀਨਿਊ ਉੱਦਾਂ ਹੀ ਚੱਲ ਰਿਹਾ, ਦੈਨ ਉਹ ਹੁੰਦੀ ਹੈ ਪਾਰਟਨਰਸ਼ਿਪ ਐਟ ਵਿਲ, ਠੀਕ ਹੈ ਜੀ। ਦੈਨ ਨੈਕਸਟ ਪੁਆਇੰਟ ਕੀ ਹੈ, ਪਾਰਟਨਰਸ਼ਿਪ ਫॉर ਅ ਫਿਕਸਡ ਪੀਰੀਅਡ, ਠੀਕ ਹੈ। ਕੀ ਕਹਿੰਦੇ ਇਹਦੇ ਵਿੱਚ, ਜਦੋਂ ਕਹਿੰਦੇ ਪਾਰਟਨਰਸ਼ਿਪ ਫਰਮ ਨੂੰ ਰਨ ਕਰਨ ਦੇ ਲਈ, ਪਾਰਟਨਰਸ਼ਿਪ ਬਿਜ਼ਨਸ ਨੂੰ ਕੰਡਕਟ ਕਰਨ ਦੇ ਲਈ ਇੱਕ ਫਿਕਸਡ ਪੀਰੀਅਡ ਡਿਸਾਈਡ ਕਰ ਲੈਣ, ਉਹ ਹੁੰਦਾ ਹੈ ਪਾਰਟਨਰਸ਼ਿਪ ਫॉर ਅ ਫਿਕਸਡ ਪੀਰੀਅਡ, ਠੀਕ। ਦੈਨ ਥਰਡ ਪੁਆਇੰਟ ਹੈ ਪਰਟੀਕੂਲਰ ਪਾਰਟਨਰਸ਼ਿਪ। ਪਰਟੀਕੂਲਰ ਪਾਰਟਨਰਸ਼ਿਪ ਦੇ ਵਿੱਚ ਕੀ ਹੁੰਦਾ, ਜਦੋਂ ਬਿਜ਼ਨਸ ਨੂੰ ਕੰਡਕਟ ਕਰਨ ਦੇ ਲਈ, ਠੀਕ ਹੈ, ਕੋਈ ਮਤਲਬ ਜੋ ਆਪਾਂ ਬਿਜ਼ਨਸ ਕਰ ਰਹੇ ਹਾਂ ਉਹ ਮਤਲਬ ਕਿਸੇ ਪਰਟੀਕੂਲਰ ਚੀਜ਼ ਦੇ ਲਈ ਹੈ। ਜਿਵੇਂ ਮੰਨ ਲਓ ਕੋਈ ਇਹਨਾਂ ਨੇ ਫੋਰ ਐਗਜ਼ਾਮਪਲ ਉਹਨਾਂ ਨੇ ਬਿਜ਼ਨਸ ਕਰਨਾ ਵੀ, ਕੀ ਕਹਿ ਸਕਦੇ ਹਾਂ ਆਪਾਂ ਇਹਦੇ ਵਿੱਚ ਰਾਜੇ, ਜਿਵੇਂ ਹਾਂ ਇਹਦੇ ਵਿੱਚ ਇਹ ਐਗਜ਼ਾਮਪਲ ਲੈ ਸਕਦੇ ਹਾਂ ਆਪਾਂ ਵੀ ਅਗਰ ਉਹਨਾਂ ਨੇ ਕੋਈ ਬਿਲਡਿੰਗ ਨੂੰ ਕੰਸਟਰਕਟ ਕਰਨ ਦੇ ਲਈ ਪਾਰਟਨਰਸ਼ਿਪ ਕੀਤੀ ਹੈ, ਮੰਨ ਲਓ ਉਹ ਜਿਹੜੀ ਬਿਲਡਿੰਗ ਇੱਕ ਪਰਟੀਕੂਲਰ ਚੀਜ਼ ਹੋ ਗਈ ਨਾ ਵੀ ਬਿਲਡਿੰਗ ਨੂੰ ਕੰਸਟਰਕਟ ਕਰਨਾ ਇਹਨਾਂ ਪਾਰਟਨਰਸ ਨੇ, ਹੈ ਨਾ। ਤਾਂ ਇੱਕ ਪਰਟੀਕੂਲਰ ਚੀਜ਼ ਨੂੰ ਲੈ ਕੇ ਜਦੋਂ ਪਾਰਟਨਰਸ਼ਿਪ ਕੀਤੀ ਜਾਂਦੀ ਹੈ ਉਹ ਹੁੰਦੀ ਹੈ ਪਰਟੀਕੂਲਰ ਪਾਰਟਨਰਸ਼ਿਪ, ਠੀਕ ਹੈ। ਔਰਗਨਾਈਜ਼ ਕੀਤੀ ਜਾਂਦੀ ਹੈ ਪਾਰਟਨਰਸ਼ਿਪ ਫਰਮ ਇੱਕ ਪਰਟੀਕੂਲਰ ਚੀਜ਼ ਨੂੰ ਲੈ ਕੇ, ਪਰਟੀਕੂਲਰ ਪ੍ਰੋਜੈਕਟ ਨੂੰ ਲੈ ਕੇ, ਉਹ ਹੁੰਦੀ ਹੈ ਪਰਟੀਕੂਲਰ ਪਾਰਟਨਰਸ਼ਿਪ ਫਰਮ। ਦੈਨ ਹੈ ਜਨਰਲ ਪਾਰਟਨਰਸ਼ਿਪ। ਜਨਰਲ ਪਾਰਟਨਰਸ਼ਿਪ ਦੇ ਵਿੱਚ ਕੀ ਹੁੰਦਾ, ਇਹਦੇ ਵਿੱਚ ਕੀ ਹੈ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਬਿਜ਼ਨਸ ਹੋ ਸਕਦਾ ਹੈਗਾ, ਠੀਕ ਹੈ। ਇਹਦੇ ਵਿੱਚ ਕੋਈ ਕਨਫਰਮ ਨਹੀਂ ਹੁੰਦਾ ਵੀ ਆਪਾਂ ਇੱਕ ਪਰਟੀਕੂਲਰ ਪ੍ਰੋਜੈਕਟ ਜਾਂ ਕੋਈ ਸਪੈਸੀਫਿਕ ਪ੍ਰੋਜੈਕਟ ਨਹੀਂ ਹੁੰਦਾ ਹੈਗਾ। ਇਹਦੇ ਵਿੱਚ ਕੋਈ ਵੀ ਪ੍ਰੋਜੈਕਟ ਹੋ ਸਕਦਾ, ਕਿੰਨੇ ਵੀ ਟਾਈਮ ਦਾ ਹੋ ਸਕਦਾ, ਉਹ ਹੁੰਦੀ ਹੈ ਜਨਰਲ ਪਾਰਟਨਰਸ਼ਿਪ, ਠੀਕ ਹੈ। ਇਸ ਤੋਂ ਨੈਕਸਟ ਟੋਪਿਕ ਹੈ ਤੁਹਾਡਾ ਪਾਰਟਨਰਸ਼ਿਪ ਡੀਡ। ਪਾਰਟਨਰਸ਼ਿਪ ਡੀਡ ਕੀ ਹੁੰਦੀ ਹੈ, ਸਭ ਤੋਂ ਪਹਿਲਾਂ ਜਿਵੇਂ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਇੱਕ ਪਾਰਟਨਰਸ਼ਿਪ ਉਦੋਂ ਹੀ ਔਰਗਨਾਈਜ਼ ਹੁੰਦੀ ਹੈ, ਉਦੋਂ ਹੀ ਰੈਗੂਲੇਟ ਹੁੰਦੀ ਹੈ ਜਦੋਂ ਕੋਈ ਐਗਰੀਮੈਂਟ ਹੁੰਦਾ ਬਿਟਵੀਨ ਦ 2 ਔਰ ਮੋਰ ਪਰਸਨਸ, ਠੀਕ ਹੈ। ਇਸ ਲਈ ਕੀ ਕਹਿੰਦੇ ਆ ਵੀ ਪਾਰਟਨਰਸ਼ਿਪ ਇੱਕ ਐਗਰੀਮੈਂਟ ਦੁਆਰਾ ਫਾਰਮ ਦੇ ਵਿੱਚ ਆਉਂਦੀ ਆ, ਐਂਡ ਜਿਹੜਾ ਇਹ ਐਗਰੀਮੈਂਟ ਹੁੰਦਾ ਇਹ ਰਿਟਨ ਫਾਰਮ ਦੇ ਵਿੱਚ ਵੀ ਹੁੰਦਾ ਐਂਡ ਔਰਲੀ ਵੀ ਹੁੰਦਾ। ਕੀ ਕਹਿੰਦੇ ਜੋ ਮਤਲਬ ਜਿਹੜਾ ਆਪਾਂ ਐਗਰੀਮੈਂਟ ਕਰਦੇ ਹਾਂ ਨਾ, ਪਾਰਟਨਰਸ਼ਿਪ ਐਗਰੀਮੈਂਟ ਕਰਦੇ ਹਾਂ, ਉਹ ਰਿਟਨ ਫਾਰਮ ਦੇ ਵਿੱਚ ਹੋਣਾ ਹੀ ਜ਼ਰੂਰੀ ਹੈਗਾ ਰੈਦਰ ਦੈਨ ਦਾ ਔਰਲੀ ਫਾਰਮ।
ਕੀ ਕਹਿੰਦੇ ਜਿਹੜੇ ਮਤਲਬ ਜਿਵੇਂ ਪਾਰਟਨਰਸ਼ਿਪ ਦੀ ਟਰਮ ਦੇ ਵਿੱਚ ਕਹਿੰਦੇ ਜਿਹੜੇ ਪਾਰਟਨਰਸ ਹੁੰਦੇ ਨੇ ਸਾਰੇ ਉਹਨਾਂ ਦੁਆਰਾ ਜਦੋਂ ਇੱਕ ਐਗਰੀਮੈਂਟ ਸਾਈਨ ਕੀਤਾ ਜਾਂਦਾ ਹੈ ਜਿਹਦੇ ਵਿੱਚ ਰੂਲਸ ਰੈਗੂਲੇਸ਼ਨ ਜਾਂ ਹੋਰ ਬਹੁਤ ਚੀਜ਼ਾਂ ਹਨ ਨਾ ਜਿਹੜੀਆਂ ਐਕਸਪਲੇਨ ਕੀਤੀਆਂ ਹੁੰਦੀਆਂ ਨੇ ਉਹਨੂੰ ਅਸੀਂ ਕੀ ਬੋਲਦੇ ਹਾਂ ਪਾਰਟਨਰਸ਼ਿਪ ਡੀਡ ਬੋਲਦੇ ਹਾਂ ਠੀਕ ਹੈ। ਅਗਰ ਐਂਡ ਜਿਹੜਾ ਇਹ ਡਾਕੂਮੈਂਟ ਹੈ ਨਾ ਰਿਟਨ ਫਾਰਮ ਦੇ ਵਿੱਚ ਹੋਣਾ ਚਾਹੀਦਾ ਠੀਕ ਹੈ ਰੈਦਰ ਦੈਨ ਦਾ ਔਰਲੀ ਕਿਉਂਕਿ ਅਗਰ ਰਿਟਨ ਫਾਰਮ ਦੇ ਵਿੱਚ ਹੋਏਗਾ ਤਾਂ ਇਨ ਦੀ ਫਿਊਚਰ ਜਿਹੜੇ ਡਿਸਪਿਊਟਸ ਦੇ ਚਾਂਸਿਸ ਹੁੰਦੇ ਨੇ ਉਹ ਖਤਮ ਹੋ ਜਾਂਦੇ ਨੇ ਕੋਈ ਡਿਸਪਿਊਟ ਵਗੈਰਾ ਕ੍ਰੀਏਟ ਨਹੀਂ ਹੁੰਦਾ ਐਂਡ the partnership deed is to be duly stamped as per the Indian Stamp Act 1899 and duly signed by all partners ਕੀ ਕਹਿੰਦੇ ਜਿਹੜੀ ਪਾਰਟਨਰਸ਼ਿਪ ਐਕਟ ਪਾਰਟਨਰਸ਼ਿਪ ਡੀਡ ਹੈ ਨਾ ਉਹ 1899 ਜੋ ਸਟੈਂਪ ਡਿਊਟੀ ਐਕਟ ਹੈਗਾ ਸਟੈਂਪ ਐਕਟ ਹੈਗਾ ਉਹਦੇ ਅੰਡਰ ਸਟੈਂਪਡ ਹੋਣੀ ਜ਼ਰੂਰੀ ਹੈ ਐਂਡ ਇਹ ਆਲ ਦੇ ਪਾਰਟਨਰਸ ਦੁਆਰਾ ਵੀ ਸਟੈਂਪਡ ਹੋਣੀ ਚਾਹੀਦੀ ਹੈ ਸਾਈਨਡ ਹੋਣੀ ਚਾਹੀਦੀ ਹੈ ਠੀਕ ਹੈ। ਦੈਨ ਇਹਦੇ ਵਿੱਚ ਮਤਲਬ ਜੋ ਕਹਿ ਸਕਦੇ ਹਾਂ ਜਿਹੜੀਆਂ ਚੀਜ਼ਾਂ ਦੇ ਵਿੱਚ ਆਪਾਂ ਇਨਵੋਲਵ ਕਰਦੇ ਹਾਂ ਮਤਲਬ ਪਾਰਟਨਰਸ਼ਿਪ ਡੀਡ ਮੇ ਕੰਟੇਨ ਦਾ ਫੋਲੋਇੰਗ ਇਨਫੋਰਮੇਸ਼ਨ ਕਿਹੜੀ ਇਨਫੋਰਮੇਸ਼ਨ ਇਹਦੇ ਵਿੱਚ ਹੁੰਦੀ ਆ ਬਿਜ਼ਨਸ ਆਫ ਦਾ ਫਰਮ ਵੀ ਫਰਮ ਦਾ ਬਿਜ਼ਨਸ ਕਿਹੜਾ ਠੀਕ ਹੈ ਬਿਜ਼ਨਸ ਜਿਹੜੇ ਫਰਮ ਦੇ ਪਾਰਟਨਰਸ ਨੇ ਉਹ ਕਿਸ ਬਿਜ਼ਨਸ ਨੂੰ ਕੈਰੀ ਔਨ ਕਰ ਰਿਹਾ ਕਿਸ ਬਿਜ਼ਨਸ ਨੂੰ ਕੰਡਕਟ ਕਰ ਰਿਹਾ ਡਿਊਰੇਸ਼ਨ ਆਫ ਪਾਰਟਨਰਸ਼ਿਪ ਜਿਹੜੀ ਪਾਰਟਨਰਸ਼ਿਪ ਫਰਮ ਦੀ ਡਿਊਰੇਸ਼ਨ ਹੈ ਉਹ ਲਿਮਿਟਡ ਪੀਰੀਅਡ ਦੇ ਲਈ ਹੈ ਜਾਂ ਸਪੈਸੀਫਿਕ ਪ੍ਰੋਜੈਕਟ ਦੇ ਲਈ ਹੈ ਠੀਕ ਹੈ ਮਤਲਬ ਸਪੈਸੀਫਿਕ ਪ੍ਰੋਜੈਕਟ ਉਹੀ ਵੀ ਕੋਈ ਉਹ ਕਿਹੜਾ ਪ੍ਰੋਜੈਕਟ ਕਰ ਰਿਹਾ ਮਤਲਬ ਇੱਕ ਪ੍ਰੋਜੈਕਟ ਦਾ ਨੇਮ ਮੈਂਸ਼ਨ ਹੈਗਾ ਉਹਦੇ ਵਿੱਚ ਜਾਂ ਉਹ ਫਿਕਸ ਪੀਰੀਅਡ ਦੇ ਲਈ ਹੈ ਉਹ ਸ਼ੇਅਰਿੰਗ ਆਫ ਪ੍ਰੋਫਿਟ ਐਂਡ ਲਾਸ ਇਹਦੇ ਵਿੱਚ ਜਿਹੜੇ ਪਾਰਟਨਰਸ ਹੁੰਦੇ ਨੇ ਉਹਨਾਂ ਨੂੰ ਜਿਹੜਾ ਪ੍ਰੋਫਿਟ ਜਾਂ ਲਾਸ ਉਹਨਾਂ ਨੂੰ ਦਿੱਤਾ ਜਾਂਦਾ ਹੈ ਨਾ ਜਿਹੜੇ ਆਪਸ ਦੇ ਵਿੱਚ ਉਹ ਵੰਡਦੇ ਨੇ ਉਹਨਾਂ ਦੀ ਜਿਹੜੀ ਰੇਸ਼ੋ ਹੁੰਦੀ ਹੈ ਪ੍ਰੋਫਿਟਸ ਜਾਂ ਸ਼ੇਅਰ ਨੂੰ ਪ੍ਰੋਫਿਟ ਐਂਡ ਲਾਸ ਨੂੰ ਸ਼ੇਅਰ ਕਰਨ ਦੀ ਜਿਹੜੀ ਰੇਸ਼ੋ ਹੁੰਦੀ ਹੈ ਉਹ ਇਹਦੇ ਵਿੱਚ ਦਿੱਤੀ ਹੁੰਦੀ ਹੈ ਪਾਰਟਨਰਸ਼ਿਪ ਡੀਡ ਦੇ ਵਿੱਚ ਸੈਲਰੀ ਐਂਡ ਕਮਿਸ਼ਨ ਇਹਦੇ ਵਿੱਚ ਜਿਹੜੇ ਪਾਰਟਨਰਸ ਨੂੰ ਸੈਲਰੀ ਦੇਣੀ ਆ ਜਾਂ ਉਹਨਾਂ ਨੂੰ ਕਮਿਸ਼ਨ ਪੇ ਕਰਨਾ ਉਹ ਵੀ ਇਹਦੇ ਵਿੱਚ ਮੈਂਸ਼ਨ ਹੁੰਦਾ ਆ। 5th ਪੁਆਇੰਟ ਕੀ ਹੈ ਕੈਪੀਟਲ ਕੰਟਰੀਬਿਊਸ਼ਨ ਹਰ ਇੱਕ ਪਾਰਟਨਰ ਦੇ ਦੁਆਰਾ ਇਸ ਪੁਆਇੰਟ ਦੇ ਵਿੱਚ ਕੀ ਹੁੰਦਾ ਹਰ ਇੱਕ ਪਾਰਟਨਰ ਦੁਆਰਾ ਕਿੰਨੀ ਕੈਪੀਟਲ ਪਾਰਟਨਰਸ਼ਿਪ ਫਰਮ ਦੇ ਵਿੱਚ ਇਨਵੈਸਟ ਕੀਤੀ ਗਈ ਆ ਕਿੰਨੀ ਕੈਪੀਟਲ ਉਹਨਾਂ ਨੇ ਕੰਟਰੀਬਿਊਟ ਕੀਤੀ ਆ ਠੀਕ ਹੈ ਐਂਡ ਉਹਨਾਂ ਪਾਰਟਨਰਸ ਨੂੰ ਜਿਹੜਾ ਕੈਪੀਟਲ ਦੇ ਉੱਪਰ ਇੰਟਰਸਟ ਉਹਨਾਂ ਨੇ ਕਿੰਨਾ ਪੇ ਕਰਨਾ ਠੀਕ ਹੈ ਉਹ ਚੀਜ਼ ਵੀ ਇਹਦੇ ਵਿੱਚ ਮੈਂਸ਼ਨ ਹੁੰਦੀ ਹੈ। ਪਾਰਟਨਰਸ ਡਰਾਇੰਗ ਪਾਲਿਸੀ ਰਿਗਾਰਡਿੰਗ ਦਾ ਡਰਾਇੰਗ ਇਹਦੇ ਵਿੱਚ ਕੀ ਹੁੰਦਾ ਜਿਹੜੀ ਈਚ ਪਾਰਟਨਰ ਨੂੰ ਮਤਲਬ ਜਿਹੜੀਆਂ ਡਰਾਇੰਗਸ ਨੇ ਉਹ ਅਲਾਊਡ ਹੈਗੀਆਂ ਨੇ ਫਰਮ ਵੱਲੋਂ ਐਂਡ ਪਾਰਟਨਰ ਨੂੰ ਉਹਦਾ ਇੰਟਰਸਟ ਪੇ ਕੀਤਾ ਜਾਣਾ ਇਹ ਚੀਜ਼ ਵੀ ਉਹਦੇ ਵਿੱਚ ਮੈਂਸ਼ਨ ਹੁੰਦੀ ਆ। ਪਾਰਟਨਰਸ ਲੋਨ ਇਹਦੇ ਵਿੱਚ ਕੀ ਆ ਵੀ ਕਿਹੜੇ ਮਤਲਬ ਜੇ ਅਗਰ ਪਾਰਟਨਰ ਨੇ ਲੋਨ ਲੈਣਾ ਹੈ ਨਾ ਮਤਲਬ ਵੀ ਪਾਰਟਨਰਸ਼ਿਪ ਫਰਮ ਨੂੰ ਕੰਡਕਟ ਕਰਨ ਦੇ ਲਈ ਬਿਜ਼ਨਸ ਨੂੰ ਕੰਟੀਨਿਊ ਕਰਨ ਦੇ ਲਈ ਉਹ ਕਿੰਨਾ ਵੀ ਜਿਹੜਾ ਲੋਨ ਲੈਣਾ ਕਿਸ ਰੇਟ ਆਫ ਇੰਟਰਸਟ ਲੈਣਾ ਉਹ ਚੀਜ਼ ਵੀ ਇਹਦੇ ਵਿੱਚ ਮੈਂਸ਼ਨ ਹੁੰਦੀ ਹੈ। ਡਿਊਟੀ ਐਂਡ ਓਬਲੀਗੇਸ਼ਨ ਆਫ ਪਾਰਟਨਰਸ ਦੀਆਂ ਸਾਰੀਆਂ ਡਿਊਟੀਜ਼ ਉਹਨਾਂ ਦੇ ਰਾਈਟਸ ਉਹਦੀਆਂ ਪਾਵਰਸ ਉਹ ਵੀ ਸਾਰੇ ਇਹਦੇ ਵਿੱਚ ਮੈਂਸ਼ਨ ਹੁੰਦਾ। ਐਡਮਿਸ਼ਨ ਡੈਥ ਐਂਡ ਰਿਟਾਇਰਮੈਂਟ ਆਫ ਪਾਰਟਨਰਸ਼ਿਪ ਡੀਡ ਦੇ ਵਿੱਚ ਜਿਹੜੇ ਪਾਰਟਨਰਸ ਐਡਮਿਟ ਹੋਏ ਨੇ ਉਹਨਾਂ ਦੀ ਡਿਟੇਲ ਉਹਦੇ ਵਿੱਚ ਹੁੰਦੀ ਹੈ ਅਗਰ ਕਿਸੇ ਪਾਰਟਨਰ ਦੀ ਡੈਥ ਹੋ ਜਾਂਦੀ ਹੈ ਉਹ ਪਾਰਟਨਰ ਦੀ ਡੈਥ ਦਾ ਵੀ ਇਹਦੇ ਵਿੱਚ ਦਿੱਤਾ ਹੁੰਦਾ ਵੀ ਆਪਾਂ ਮੈਂਸ਼ਨ ਕਰਾਂਗੇ ਠੀਕ ਹੈ ਐਂਡ ਪਾਰਟਨਰ ਦੀ ਜੋ ਰਿਟਾਇਰਮੈਂਟ ਹੈਗੀ ਉਹ ਚੀਜ਼ ਵੀ ਇਹਦੇ ਵਿੱਚ ਮੈਂਸ਼ਨ ਹੁੰਦੀ ਹੈ ਇਹ ਮਤਲਬ ਜਿਹੜੀਆਂ ਇਹ ਸਾਰੀਆਂ ਚੀਜ਼ਾਂ ਨੇ ਈਚ ਐਂਡ ਐਵਰੀਥਿੰਗ ਇਜ਼ ਮੈਂਸ਼ਨਡ ਇਨ ਦਾ ਪਾਰਟਨਰਸ਼ਿਪ ਡੀਡ ਠੀਕ ਹੈ। ਅੱਜ ਦਾ ਤੁਹਾਡਾ ਇੰਨਾ ਹੀ ਟੌਪਿਕ ਸੀਗਾ ਰਾਜੇ ਥੈਂਕ ਯੂ ਸੋ ਮਚ।